ਇੱਕ ਮੂਮੈਂਟ ਆਂਦਾ ਹੈ 5 ਘੰਟੇ ਦੇ ਅੰਦਰ ਅੰਦਰ ਤੁਹਾਡੀ ਲਾਈਫ ਬਦਲ ਜਾਂਦੀ ਹੈ ਪੂਰੀ। 5 ਘੰਟਿਆਂ ਦੇ ਅੰਦਰ ਅੰਦਰ 8 ਵਜੇ ਤੋਂ ਲੈ ਕੇ ਸ਼ਾਇਦ 2 ਵਜੇ ਤੱਕ ਇੰਨਾ ਟਾਈਮ ਦੇ ਅੰਦਰ ਅੰਦਰ ਮੇਰਾ ਲਾਈਫ ਪੂਰਾ ਬਦਲ ਗਿਆ। ਮੇਰਾ ਮੈਂਟਲ ਸਟੇਟ ਜਿਹੜਾ ਹੈ ਉਹ ਖਤਮ ਹੋ ਗਿਆ। ਮੇਰਾ ਫੈਮਿਲੀ ਸਾਰਾ ਕੁਝ ਖਤਮ ਹੋ ਗਿਆ ਉਸ ਟਾਈਮ। ਫਿਰ ਉਸ ਤੋਂ ਬਾਅਦ ਜਦ ਮੈਨੂੰ ਪੈਸੇ ਦੀ ਧਮਕੀਆਂ ਮਿਲਣ ਲੱਗ ਗਈਆਂ ਕਿ ਪੈਸੇ ਲਓ ਤੇ ਜਾਓ, ਆਪਣਾ ਕੰਮ ਕਰੋ, ਸਾਨੂੰ ਸਾਡਾ ਕੰਮ ਕਰਨ ਦਿਓ। ਕਿੱਦਾਂ ਕਰਨ ਦਵਾਂ ਮੈਮ? ਕਿੱਦਾਂ? ਨਹੀਂ ਹੋ ਸਕਦਾ, ਉਹ ਚੀਜ਼ ਹੋ ਹੀ ਨਹੀਂ ਸਕਦੀ, ਨॉट ਪੋਸੀਬਲ ਨਹੀਂ ਹੈਗੀ ਉਹ ਚੀਜ਼। कभी किसी मोमेंट ते कमजोर पई सी कि नहीं बस हो गया हुण मैं लड़ नहीं सकती है लड़ाई? मेरे दिमाग 'ਚ ਇੱਕ ਵਾਰੀ ਆ ਨਹੀਂ ਆਇਆ ਕਿ ਨਹੀਂ ਮੈਂ ਨਹੀਂ ਲੜਨਾ। ਮੇਰੇ ਦਿਮਾਗ 'ਚ ਇੱਕ ਵਾਰੀ ਆ ਨਹੀਂ ਸੋਚਿਆ ਮੈਂ ਕਿ ਨਹੀਂ ਕੋਰਟ ਕਚਹਿਰੀ ਦੇ ਚੱਕਰ ਲਗਾਣੇ ਪੈਣੇ, ਨਹੀਂ, ਕਿਉਂਕਿ ਉਹ ਚੀਜ਼ ਕਰਨੀ ਸੀਗੀ, ਉਹ ਚੀਜ਼ ਜ਼ਰੂਰੀ ਸੀਗੀ। ਜਦ ਤੁਸੀਂ ਕਿਸੇ ਚੀਜ਼ ਨੂੰ ਜ਼ਰੂਰੀ ਬਣਾ ਲੈਂਦੇ ਹੋ, ਤੁਸੀਂ ਸੋਚ ਲੈਂਦੇ ਹੋ ਕਿ ਨਹੀਂ ਆ ਮੇਰੇ ਇਕੱਲੇ ਲਈ ਨਹੀਂ, ਬਹੁਤ ਜਨਿਆਂ ਦੇ ਲਈ, ਅੱਗੇ ਜਨਿਆਂ ਲਈ ਵੀ ਹੈ, ਜਿਹੜੇ ਪਿੱਛੇ ਹੈਗੇ ਆ ਜਿਨ੍ਹਾਂ ਨਾਲ ਹੋ ਚੁੱਕਿਆ ਉਹਨਾਂ ਲਈ ਜ਼ਰੂਰੀ ਹੈ। ਜਦ ਤੁਸੀਂ ਆਹੀ ਸੋਚ ਲਿਆ ਆਪਣੇ ਆਪ ਨੂੰ ਮਿਲਾ ਕੇ, ਫਿਰ ਨਹੀਂ ਮੈਨੂੰ ਲੱਗਦਾ ਕਿ ਤੁਹਾਨੂੰ ਡਰਨ ਦੀ ਲੋੜ ਹੈ, ਤੁਹਾਨੂੰ ਆਹ ਸੋਚਣ ਦੀ ਲੋੜ ਹੈ ਕਿ ਕੌਣ ਕੀ ਸੋਚੇਗਾ। ਸਤਿ ਸ਼੍ਰੀ ਅਕਾਲ। ਨਿਊਜ਼ ਡੇਡਲਾਈਨ ਪੰਜਾਬ ਦੇ ਸ਼ੋ ਰਿਐਲਿਟੀ ਬਾਈਟ ਸੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਅੱਜ ਇੱਕ ਬੇहद ਅਹਿਮ ਅਤੇ ਸੰਵੇਦਨਸ਼ੀਲ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ। ਬਿਲਕਿਸ ਬਾਨੋ ਦੇ ਦੋਸ਼ੀਆਂ ਦੀ ਰਿਹਾਈ ਦਾ ਮਾਮਲਾ। ਬਿਲਕਿਸ ਬਾਨੋ ਦਾ ਕੇਸ ਕੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ। 5 ਮਹੀਨੇ ਦੀ ਗਰਭਵਤੀ ਬਿਲਕਿਸ ਬਾਨੋ ਦੇ ਨਾਲ ਗੁਜਰਾਤ ਦੰਗਿਆਂ ਦੇ ਦੌਰਾਨ ਸਾਮੂਹਿਕ ਬਲਾਤਕਾਰ ਹੋਇਆ ਸੀ। ਉਸਦੀ 3 ਸਾਲ ਦੀ ਬੱਚੀ ਨੂੰ ਮਾਰ ਦਿੱਤਾ ਗਿਆ ਸੀ। 7 ਹੋਰ ਜੀਆਂ ਦਾ ਪਰਿਵਾਰਿਕ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ, ਲੇਕਿਨ 15 ਸਾਲ ਗੁਜ਼ਰ ਗਏ ਤਾਂ ਉਹਨਾਂ ਵਿੱਚੋਂ ਇੱਕ ਜਿਹੜਾ ਮੁੱਖ ਦੋਸ਼ੀ ਸੀ ਉਸਨੇ ਗੁਜਰਾਤ ਸਰਕਾਰ ਨੂੰ ਰਿਹਾਈ ਦੀ ਅਰਜ਼ੀ ਦਿੱਤੀ ਰਿਮਿਸ਼ਨ ਪਾਲਿਸੀ ਦੇ ਤਹਿਤ, ਔਰ 15 ਅਗਸਤ ਨੂੰ ਰਿਮਿਸ਼ਨ ਪਾਲਿਸੀ ਦੇ ਤਹਿਤ ਗੁਜਰਾਤ ਸਰਕਾਰ ਨੇ 11 ਦੇ 11 ਦੋਸ਼ੀਆਂ ਨੂੰ ਰਿਹਾ ਕਰ ਦਿੱਤਾ। ਹੁਣ ਇਸ ਰਿਹਾਈ ਦੇ तमाम सवाल उठ रहे ने। सुप्रीम कोर्ट इस रिहाई के खिलाफ पिटीशन पाई गई है। आज इसे मुद्दे ते गल करन जा रहे हैं और आज साडे नाल बेहद खास 2 शख्सियत जड़ियां ने वो जुड़ रही ने हो। आज ईसेवाल गैंग रेप का मामला तुहानू याद होएगा, लुधियाना का मामला सी। ईसेवाल विच एक लड़की दे नाल 19 साल की लड़की दे नाल गैंग रेप होया सी और उसके दोषी फिलहाल सजा याफ्ता ने उम्र कैद की सजा कट रहे ने। 2019 का पूरा मामला सी और 2022 विच दोषियों को सजा हुई सी। 3 साल के दौरान गैंग रेप पीड़िता इसीवाल गैंग रेप पीड़िता ने की कुछ भुगतिया, क्योंकि एक वक्त अजिहा भी होया सी जदों ट्रायल के दौरान एक जड़ा मुलजिम सी उसने बेल की अर्जी दी और उसनू बेल दे भी दी गई सी। सो उस दौरान भी तमाम सवाल उठे से। आज इस पूरे मामले में चर्चा करांगे। साडे नाल सीनियर एडवोकेट और फॉर्मर एडिशनल एडवोकेट जनरल रीटा कोहली जुड़ चुके हैं और साडे नाल ईसेवाल गैंग रेप पीड़िता जड़ी है वो भी जुड़ चुकी है। बहुत बहुत स्वागत तुहाडे दोवां दा और बहुत बहुत शुक्रिया वक्त कड्ढण लई साडे लई। रीटा मैम सब तो पहला तुहाडे कोल आना चाहांगे। ये पूरा मामला तुसी देख रहे हो। बेशक हुण सुप्रीम कोर्ट विच पिटीशन पाई गई है बिल्किस बानो दे दोषियों की रिहाई के खिलाफ, लेकिन ईसेवाल गैंग रेप मामले विच की कुछ होया सी तुहानू पता है। तुसी सुप्रीम कोर्ट विच मामला लड़िया सी जदों बेल दे दित्ती गई सी इस बिना ते एक दोषी नू कि ट्रायल विच देरी हो रही है। बिल्कुल सही। सब तो पहले तो सत श्री अकाल जी एंड रजिंदर जी, मैं तुहानू बहुत ही इनफैक्ट कंग्रैचुलेट करांगी कि तुसी इन्ना अहम मुद्दा डिस्कशन वास्ते चुकिया है।
ਬਿਲਕਿਸ ਬਾਨੋ ਦਾ ਕੇਸ ਨੇ ਇੱਕ ਤਰ੍ਹਾਂ ਸਾਰੇ ਕੰਟਰੀ ਦੇ ਵਿੱਚ ਇੱਕ ਵਾਰੀ ਦੁਬਾਰਾ ਉਹ ਨਿਰਭਇਆ ਦਾ ਟਾਈਮ ਯਾਦ ਕਰਾ ਦਿੱਤਾ, ਜਦੋਂ ਨਿਰਭਇਆ ਦਾ ਗੈਂਗ ਰੇਪ ਹੋਇਆ ਸੀ ਤੇ ਸਾਰਾ ਕੰਟਰੀ ਇਕਜੁੱਟ ਹੋ ਕੇ ਨਾਲ ਜੁੜਿਆ ਸੀ। ਤੇ ਹੁਣ ਸਾਡੇ ਵਾਸਤੇ ਪੰਜਾਬ ਦੀ ਨਿਰਭਇਆ ਸਾਡੇ ਨਾਲ ਹੈ, ਜਿਹਨੇ ਇਹੀ ਚੀਜ਼ ਦੇਖੀ ਸੀ। ਤੇ ਉਹਨਾਂ ਦਾ ਇਹ ਕੇਸ ਕਰਦੇ ਵੇਲੇ ਆਈ ਐਕਚੁਅਲੀ ਫੈਲਟ ਕਿ ਇੱਕ ਲੜਕੀ ਕਿਸ ਦੌਰ ਤੋਂ ਗੁਜ਼ਰਦੀ ਹੈ ਤੇ ਉਹਨੂੰ ਕੀ ਕੁਝ ਸਹਿਣਾ ਪੈਂਦਾ ਹੈ ਜਦੋਂ ਉਹਦੇ ਨਾਲ ਇਸ ਤਰ੍ਹਾਂ ਦੀ ਕੋਈ ਅਨਫੋਰਚੂਨੇਟ ਘਟਨਾ ਵਾਪਰਦੀ ਹੈ। ਸੋ ਇਹਦੇ ਵਿੱਚ ਅਨਫੋਰਚੂਨੇਟਲੀ ਹਾਈ ਕੋਰਟ ਦੇ ਵਿੱਚ ਜਦੋਂ ਡਿਊਰਿੰਗ ਪੈਂਡੇਮਿਕ ਲੋਕਡਾਊਨ ਸੀ ਤੇ ਜਿਹੜਾ ਮੇਨ ਅਕਿਊਜ਼ਡ ਆਪਣੇ ਇਸ ਕੇਸ ਦੇ ਵਿੱਚ ਸੀਗਾ, ਉਹਨੇ ਆਪਣੀ ਬੇਲ ਪਟੀਸ਼ਨ ਪਾਈ ਤੇ ਉਹਨੇ ਕਿਹਾ ਕਿ ਕਿਉਂਕਿ ਟ੍ਰਾਇਲ ਦੇ ਵਿੱਚ ਹਲੇ ਬਹੁਤ ਟਾਈਮ ਲੱਗੇਗਾ, ਇਸ ਕਰਕੇ ਮੈਨੂੰ ਬੇਲ ਦੇ ਦਿੱਤੀ ਜਾਵੇ। ਤੇ ਸਾਡੇ ਕੋਲ ਬਿਨਾਂ ਕੋਈ ਨੋਟਿਸ ਆਏ ਕੋਰਟ ਨੇ ਉਹਨੂੰ ਇਸ ਬਿਨਾਂ ਤੇ ਬੇਲ ਦੇ ਦਿੱਤੀ ਕਿ ਯੈਸ ਦ ਟ੍ਰਾਇਲ ਵਿਲ ਟੇਕ ਅ ਲੋਟ ਆਫ ਟਾਈਮ, ਦੇਅਰਫੋਰ ਦ ਬੇਲ ਇਜ਼ ਗ੍ਰਾਂਟਡ। ਸੋ ਜਦੋਂ ਉਹਨੂੰ ਬੇਲ ਦਿੱਤੀ ਤੇ ਬਾਕੀ ਦੇ ਜਿਹੜੇ 7 ਹੋਰ ਦੋਸ਼ੀ ਸੀ ਉਹਨਾਂ ਸਾਰਿਆਂ ਨੇ ਬੇਲ ਪਾ ਦਿੱਤੀ ਕਿ ਜਦ ਮੇਨ ਅਕਿਊਜ਼ ਨੂੰ ਬੇਲ ਦੇ ਦਿੱਤੀ ਗਈ ਤਾਂ ਵੀ ਆਲ ਹੈਵ ਅ ਰਾਈਟ ਟੂ ਬੀ ਰਿਲੀਜ਼ਡ ਔਨ ਬੇਲ। ਉਹਦੇ ਖਿਲਾਫ ਜਦੋਂ ਮੇਨ ਅਕਿਊਜ਼ ਦੀ ਬੇਲ ਹੋਈ, ਵੀ ਵੈਂਟ ਟੂ ਸੁਪਰੀਮ ਕੋਰਟ। ਦੋ ਅਸੀਂ ਐਜੀਟੇਟ ਜ਼ਰੂਰ ਕੀਤਾ, ਬਟ ਸੁਪਰੀਮ ਕੋਰਟ ਨੇ ਇਹ ਕਹਿ ਕੇ ਸਾਡੀ SLP ਖਾਰਿਜ ਕਰ ਦਿੱਤੀ ਕਿ ਹਾਈ ਕੋਰਟ ਨੇ ਮੈਰਿਟਸ ਆਫ ਦੀ ਕੇਸ ਤੇ ਕੋਈ ਕਮੈਂਟ ਨਹੀਂ ਕੀਤਾ, ਉਹਨਾਂ ਨੇ ਸਿਰਫ ਡਿਲੇਡ ਟ੍ਰਾਇਲ ਤੇ ਬੇਲ ਦਿੱਤੀ ਹੈ। ਸੋ ਦੇਅਰਫੋਰ ਬਟ ਆਈ ਵੁੱਡ ਸਟਿਲ ਸੇ ਕਿ ਅਸੀਂ ਕਿਉਂਕਿ ਸੁਪਰੀਮ ਕੋਰਟ ਗਏ ਸੀ, ਇਸ ਕਰਕੇ ਅਸੀਂ ਬਾਕੀ ਸਾਰੇ ਐਕਿਊਜ਼ ਦੀ ਬੇਲ ਤੇ ਇੱਕ ਉਹ ਰੁਕਾਵਟ ਪੇਸ਼ ਕਰ ਸਕੇ ਹਾਈ ਕੋਰਟ ਦੇ ਵਿੱਚ। ਤੇ ਅਸੀਂ ਹਾਈ ਕੋਰਟ ਦੇ ਵਿੱਚ ਇਹ ਵੀ ਕੋਰਟ ਨੂੰ ਦੱਸਿਆ ਕਿ ਇਹ ਐਸਾ ਕੇਸ ਨਹੀਂ ਹੈ ਜਿਹਦੇ ਵਿੱਚ ਅਸੀਂ ਇਹ ਕਹੀਏ ਕਿ ਇੱਕ ਮੇਨ ਦੋਸ਼ੀ ਸੀ, ਸੋ ਜੇ ਉਹਨੂੰ ਬੇਲ ਮਿਲਦੀ ਹੈ ਤੇ ਬਾਕੀ ਦੇ ਸਾਰਿਆਂ ਨੂੰ ਹੀ ਮਿਲਣੀ ਚਾਹੀਦੀ ਹੈ। ਇਹ ਐਸਾ ਕੇਸ ਹੈ ਜਿਹਦੇ ਵਿੱਚ ਹਰ ਇੱਕ ਆਪਣੀ ਇੰਡੀਵਿਜੂਅਲ ਕੈਪੈਸਿਟੀ ਦੇ ਵਿੱਚ ਮੇਨ ਦੋਸ਼ੀ ਹੈ। ਸੋ ਹਾਈ ਕੋਰਟ ਨੇ ਸਾਡੀ ਉਹ ਗੱਲ ਜ਼ਰੂਰ ਸੁਣੀ ਐਂਡ ਉਹਨਾਂ ਨੂੰ ਕਿਸੇ ਹੋਰ ਨੂੰ ਬੇਲ ਨਹੀਂ ਮਿਲੀ। ਅਲਟੀਮੇਟਲੀ ਉਹਨਾਂ ਦੀ ਕਨਵਿਕਸ਼ਨ ਹੋਈ ਤੇ ਅੱਜ ਦੀ ਤਰੀਕ ਦੇ ਵਿੱਚ ਉਹ ਸਾਰੇ ਹੀ ਅੰਦਰ ਹੈ। ਬਿਲਕੁਲ। ਹੁਣ ਮੈਂ ਉਸ ਬਹਾਦਰ ਲੜਕੀ ਦੇ ਨਾਲ ਗੱਲ ਕਰਨਾ ਚਾਹਾਂਗੀ ਜਿਸਨੇ ਬੇहद ਨਿਡਰਤਾ ਦੇ ਨਾਲ ਇਹ ਪੂਰੀ ਲੰਬੀ ਲੜਾਈ ਲੜੀ, 3 ਸਾਲ ਤੱਕ ਲੜਾਈ ਲੜੀ, ਔਰ ਅੱਜ ਉਸ ਦੀ ਬਹਾਦਰੀ ਦੇ ਕਾਰਨ ਹੀ ਦੋਸ਼ੀ ਜਿਹੜੇ ਨੇ ਉਹ ਸਲਾਖਾਂ ਦੇ ਪਿੱਛੇ ਨੇ, ਜਿਹੜੀ ਡਰੀ ਨਹੀਂ, ਧਮਕਾਇਆ ਗਿਆ, ਲਾਲਚ ਵੀ ਦਿੱਤਾ ਗਿਆ ਕਰੋੜਾਂ ਦਾ, ਲੇਕਿਨ ਡਿੱਗੀ ਨਹੀਂ, ਲੜਦੀ ਰਹੀ ਔਰ ਆਖਿਰਕਾਰ ਹੁਣ ਦੋਸ਼ੀ ਜਿਹੜੇ ਨੇ ਉਹ ਸਲਾਖਾਂ ਦੇ ਪਿੱਛੇ ਨੇ। ਬੇहद ਸ਼ੁਕਰੀਆ, ਸਲਾਮ ਤੁਹਾਡੀ ਬਹਾਦਰੀ ਨੂੰ, ਇੰਨੀ ਹਿੰਮਤ ਕੀਤੀ ਕਿ ਅੱਜ ਤੁਸੀਂ ਸਾਡੇ ਨਾਲ ਗੱਲ ਵੀ ਕਰ ਰਹੇ ਹੋ। ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਜਾਨਣਾ ਚਾਹਾਂਗੀ, ਜਦੋਂ ਇਹ ਬਿਲਕਿਸ ਬਾਨੋ ਦਾ ਮਾਮਲਾ ਪੂਰਾ ਸਾਹਮਣੇ ਆਇਆ ਔਰ ਜਦੋਂ ਉਸ ਤੋਂ ਵੀ ਪਹਿਲੇ ਜਦੋਂ ਹਾਈ ਕੋਰਟ ਨੇ ਮੁਲਜ਼ਿਮ ਸਨ, ਸਬੂਤ ਸੀ, ਪੁਖਤਾ ਸਬੂਤ ਸੀ, ਉਸ ਦੇ ਬਾਵਜੂਦ ਟ੍ਰਾਇਲ ਦੇ ਦੌਰਾਨ ਬੇਲ ਦੇ ਦਿੱਤੀ ਸੀ, ਉਸ ਵਕਤ ਜ਼ਿਹਨ ਵਿੱਚ ਕੀ ਚੱਲ ਰਿਹਾ ਸੀ ਜਦੋਂ ਖਬਰ ਮਿਲੀ ਕਿ ਮੁੱਖ ਦੋਸ਼ੀ ਜਿਹੜਾ ਸੀ ਜਗਰੂਪ ਸਿੰਘ ਰੂਪੀ, ਮੁੱਖ ਮੁਲਜ਼ਿਮ, ਉਸ ਨੂੰ ਬੇਲ ਮਿਲ ਗਈ ਹੈ? ਸਤਿ ਸ਼੍ਰੀ ਅਕਾਲ ਮੈਮ। ਡਰ ਹੀ ਇਹਨਾਂ ਸੀਗਾ ਕਿ ਉਹ ਬਾਹਰ ਆ ਚੁੱਕੇ ਨੇ ਐਂਡ 1 ਬਾय 1 ਬਾਹਰ ਆ ਜਾਣਗੇ। ਹਰ ਚੀਜ਼ ਦਾ ਡਰ, ਹਰ ਚੀਜ਼ ਦਾ ਖੌਫ ਹੁੰਦਾ ਇੱਕ, ਉਹ ਬੰਦਿਆਂ ਦਾ ਮੈਨੂੰ ਖੌਫ ਸੀਗਾ। ਐਂਡ ਇੰਨਾ ਲੜ ਕੇ ਵੀ, ਇੰਨਾ ਸਭ ਕੁਝ ਕਰਕੇ ਵੀ ਐਟ ਦੀ ਐਂਡ ਸਟਿਲ ਉਹਨਾਂ ਨੂੰ ਮਿਲ ਰਹੀ ਹੈ, ਬੇਲ ਮਿਲ ਰਹੀ ਹੈ। ਇਟ ਵਾਜ਼ ਅ ਹੌਰਿਬਲ ਟਾਈਮ, ਬਹੁਤ ਹੌਰਿਬਲ ਸੀਗਾ ਉਸ ਟਾਈਮ ਉਹ ਸਾਰਾ ਟਾਈਮ ਕੱਢਣਾ, ਫਿਰ ਉਸ ਚੀਜ਼ ਨੂੰ ਫਿਰ ਤੋਂ ਇੱਕ ਦੁਬਾਰਾ ਤੋਂ ਦੁਹਰਾਣਾ ਉਸ ਟਾਈਮ ਨੂੰ। ਐਂਡ ਮੈਂ ਨਹੀਂ ਚਾਹੁੰਦੀ ਕਿ ਕਦੇ ਵੀ ਦਿਸ ਇਜ਼ ਅ ਸਿਸਟਮ, ਕਦੇ ਵੀ ਕਿਸੇ ਬੰਦੇ ਨੂੰ ਆ ਮੌਕਾ ਨਾ ਮਿਲੇ ਕਿ ਉਹ ਡਰਨ। ਸਿਸਟਮ ਤੇ ਗੁੱਸਾ ਆਇਆ ਸੀ ਉਸ ਵਕਤ, ਬਟ ਬਹੁਤ ਆਬਵੀਅਸ ਹੈ ਆ ਚੀਜ਼ ਕਿ ਮੈਂ ਇੰਨਾ ਲੜ ਕੇ, ਇੰਨਾ ਕੁਝ ਸਹਿ ਕੇ, ਮਤਲਬ ਤੁਸੀਂ ਸਮਝ ਹੀ ਸਕਦੇ ਹੋ, ਹਰ ਸਮਾਜ ਦੀ ਉਂਗਲੀਆਂ ਤੁਹਾਡੇ ਵੱਲ ਹੁੰਦੀਆਂ ਨੇ ਉਸ ਟਾਈਮ। ਬੇਸ਼ੱਕ ਤੁਸੀਂ ਲੜ ਰਹੇ ਹੋ, ਬੇਸ਼ੱਕ ਤੁਸੀਂ ਸਹੀ ਹੋ, ਗਲਤ ਹੋ, ਜੋ ਵੀ ਹੋ, ਤੁਹਾਡੇ ਵੱਲ ਹੀ ਦੇਖ ਰਹੇ ਹੁੰਦੇ ਸਾਰੇ ਲੋਕੀ। ਉਂਗਲੀ ਤੁਹਾਡੇ ਤੇ ਉਠਾਈ ਜਾਂਦੀ ਜਦੋਂ ਕਿ ਤੁਹਾਡਾ ਕੋਈ ਕਸੂਰ ਨਹੀਂ ਹੈ। ਕਸੂਰ ਨਹੀਂ ਹੁੰਦਾ, ਫਿਰ ਵੀ ਅਸੀਂ ਗਲਤ ਹੁੰਨੇ ਆ ਜਸਟ ਬਿਕੋਜ਼ ਅਸੀਂ ਕੁੜੀਆਂ ਨੇ, ਅਸੀਂ ਇੱਕ ਵੂਮਨ ਹੈਗੀਆਂ, ਸਾਨੂੰ ਦਬਾ ਦਿੱਤਾ ਜਾਂਦਾ।
ਐਂਡ ਆਈ ਡੋਂਟ, ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਕੁੜੀ ਦਬੇ। ਇੰਨੇ ਸਾਲ ਤੋਂ 2014 ਤੋਂ ਸਭ ਕੁਝ ਕਰ ਰਹੇ ਸੀਗੇ, ਕੋਈ ਵੀ ਨਹੀਂ ਆਇਆ ਅੱਗੇ, ਕੋਈ ਵੀ ਨਹੀਂ। ਇੰਨੀ ਹਿੰਮਤ ਉਹਨਾਂ ਦੀ ਵੱਧ ਚੁੱਕੀ ਸੀਗੀ ਕਿਸ ਤਰ੍ਹਾਂ ਹਿੰਮਤ ਕਿ ਜੁਟਾਈ ਤੁਸੀਂ, ਕਿਸ ਤਰ੍ਹਾਂ ਹਿੰਮਤ ਜੁਟਾਈ ਸੀ ਜਦੋਂ ਇਹ ਸਾਰਾ ਪੂਰਾ ਮਾਮਲੇ ਦਾ ਖੁਲਾਸਾ ਹੋਇਆ? ਕਿਸ ਤਰ੍ਹਾਂ ਲੱਗਿਆ ਕਿ ਲੜਾਈ ਜਿਹੜੀ ਉਹ ਲੜਨੀ ਚਾਹੀਦੀ ਹੈ ਔਰ ਇਹਨਾਂ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿਵਾਉਣੀ ਚਾਹੀਦੀ ਹੈ, ਜਦੋਂ ਕਿ ਉਸ ਤੋਂ ਪਹਿਲਾਂ ਵੀ ਉਹ ਅਜਿਹੀ ਵਾਰਦਾਤਾਂ ਕਰਦੇ ਆ ਰਹੇ ਸਨ, ਅਜਿਹੇ ਜ਼ੁਲਮ ਤਮਾਮ ਮਹਿਲਾਵਾਂ ਸਹਿ ਚੁੱਕੀਆਂ ਸਨ, ਸਭ ਚੁੱਪ ਬੈਠ ਗਈਆਂ, ਲੇਕਿਨ ਤੁਸੀਂ ਇਹ ਫੈਸਲਾ ਲਿਆ ਕਿ ਮੈਂ ਲੜਾਂਗੀ, ਔਰ ਡਰੇ ਨਹੀਂ। ਇਹ ਵੀ ਸੁਣਿਆ ਜਾ ਰਿਹਾ ਕਿ ਧਮਕੀਆਂ ਵੀ ਮਿਲੀਆਂ, ਲਾਲਚ ਵੀ ਦਿੱਤਾ ਗਿਆ ਕਰੋੜਾਂ ਦਾ। ਮੈਮ ਹਿੰਮਤ ਏਦਾਂ ਕਿ ਤੁਸੀਂ ਆਪ ਸੋਚੋ, ਤੁਸੀਂ ਵਧੀਆ ਤਰੀਕੇ ਨਾਲ ਆਪਣੀ ਲਾਈਫ ਵਧੀਆ ਤਰੀਕੇ ਨਾਲ ਜੀ ਰਹੇ ਹੋ, ਯਾਰ ਤੁਸੀਂ ਵਧੀਆ ਸਾਰਾ ਕੁਝ ਤੁਹਾਡੀ ਲਾਈਫ 'ਚ ਵਧੀਆ ਚੱਲ ਰਿਹਾ ਹੈ, ਇੱਕ ਮੂਮੈਂਟ ਆਉਂਦਾ ਹੈ 5 ਘੰਟੇ ਦੇ ਅੰਦਰ ਅੰਦਰ ਤੁਹਾਡੀ ਲਾਈਫ ਬਦਲ ਜਾਂਦੀ ਹੈ ਪੂਰੀ। 5 ਘੰਟਿਆਂ ਦੇ ਅੰਦਰ ਅੰਦਰ 8 ਵਜੇ ਤੋਂ ਲੈ ਕੇ ਸ਼ਾਇਦ 2 ਵਜੇ ਤੱਕ, ਇੰਨਾ ਟਾਈਮ ਦੇ ਅੰਦਰ ਅੰਦਰ ਮੇਰਾ ਲਾਈਫ ਪੂਰਾ ਬਦਲ ਗਿਆ। ਮੇਰਾ ਮੈਂਟਲ ਸਟੇਟ ਜਿਹੜਾ ਹੈ ਉਹ ਖਤਮ ਹੋ ਗਿਆ, ਮੇਰਾ ਫੈਮਿਲੀ 'ਚ ਸਾਰਾ ਕੁਝ ਖਤਮ ਹੋ ਗਿਆ ਉਸ ਟਾਈਮ। ਤੇ ਜਦ ਸਾਰਿਆਂ ਨੇ ਮੇਰੇ ਤੋਂ ਇੱਕ ਪਿੱਛੇ ਹੀ ਪੈਰ ਲੈ ਲਿਆ, ਮੈਂ ਕਿਹਦੇ ਲਈ ਕਿਸੇ ਨੂੰ ਵੀ ਮੈਂ ਪ੍ਰੂਫ ਕਰਨ ਲਈ ਨਹੀਂ ਲੜ ਰਹੀ ਸੀ, ਮੈਂ ਆਪਣੇ ਆਪ ਲਈ ਲੜ ਰਹੀ ਸੀਗੀ ਕਿ ਕੋਈ ਵੀ ਬੰਦਾ, ਕੋਈ ਵੀ ਇਨਸਾਨ, ਮਾਂ ਪਿਓ ਭਾਈ दोस्त, कोई भी अननोन, किसी की भी हिम्मत नहीं आनी चाहिए कि वो बंदा ਤੁਹਾਨੂੰ ਤੁਹਾਡੀ ਮਰਜ਼ੀ ਤੋਂ ਬਿਨਾ ਟੱਚ ਕਰ ਸਕੇ, right? ਬਿਲਕੁਲ And touch means touch, no means no. If someone says कि ਤੁਹਾਡਾ ਮਤਲਬ ਬਣਦਾ ਹੀ ਨਹੀਂ ਮੇਰੀ ਲਾਈਫ 'ਚ ਰਹਿਣ ਦਾ, ਮਤਲਬ ਨਹੀਂ ਬਣਦਾ। ਜੇ ਤੁਹਾਡਾ ਮਤਲਬ ਹੈ ਕਿ ਨਹੀਂ, ਆ ਤਾਂ ਇੱਕ ਗੰਦੀ ਸੋਚ ਹੈਗੀ ਹੈ ਜਿਹੜੀ ਲੋਕਾਂ ਦੀ ਕਿ ਨਹੀਂ ਅਸੀਂ ਲੁੱਟਮਾਰ ਕਰਨੀ ਹੈ, ਅਸੀਂ ਖੋਹ ਕਰਨੀ ਹੈ, ਅਸੀਂ ਕੁੜੀਆਂ ਨੂੰ ਤੰਗ ਕਰਨਾ ਹੀ ਹੈ। ਉਹ ਸੋਚ ਹਮੇਸ਼ਾ ਘਰੋਂ ਬਣਦੀ ਹੈ। ਤੁਹਾਡੇ ਵਿੱਚ ਰਹਿਣ, ਜਿਹੜੇ ਬੰਦਿਆਂ ਨਾਲ ਤੁਸੀਂ ਰਹਿੰਦੇ ਹੋ, ਜਿੱਦਾਂ ਦੇ ਤੁਸੀਂ ਲੋਕਾਂ ਨਾਲ ਰਹਿੰਦੇ ਹੋ, ਉਦਾਂ ਦਾ ਹੀ ਤੁਹਾਡਾ ਸੁਭਾਅ ਬਣਦਾ ਵੱਡੇ ਹੋ ਕੇ। ਐਂਡ ਉਹ ਤਾਂ ਕਿੰਨੀ ਦੇਰ ਤੋਂ ਕਰ ਰਹੇ, ਉਹਨਾਂ ਦੇ ਜਵਾਕ ਵੀ ਹੈਗੇ, ਸਾਰਾ ਕੁਝ ਹੈਗਾ, ਸਭ ਕੁਝ ਹੈ ਉਹਨਾਂ ਦੇ ਕੋਲ, ਐਂਡ ਸਟਿਲ ਏਦਾਂ ਦੀਆਂ ਹਰਕਤਾਂ ਕਰਨ ਵਾਲੇ ਮੈਨੂੰ ਨਹੀਂ ਲੱਗਦਾ ਕਿ ਬਾਹਰ ਤੱਕ ਹੀ ਉਹ ਇੱਕ ਦਿਨ ਦੀ ਰੋਸ਼ਨੀ ਵੀ ਦੇਖਣ, ਮੇਰੇ ਹਿਸਾਬ ਨਾਲ। ਲੇਕਿਨ ਹੁਣ ਜਦੋਂ ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਰਿਹਾ ਕਰ ਦਿੱਤਾ ਗਿਆ ਰਿਮਿਸ਼ਨ ਪਾਲਿਸੀ ਦੇ ਤਹਿਤ ਗੁਜਰਾਤ ਸਰਕਾਰ ਨੇ, ਕਿ ਇਹ ਡਰ ਜ਼ਿਹਨ ਵਿੱਚ ਆਇਆ ਕਿ ਹੋ ਸਕਦਾ ਹੈ ਮੇਰੇ ਜਿਹੜੇ ਦੋਸ਼ੀ ਨੇ, ਮੇਰੇ ਨਾਲ ਜ਼ੁਲਮ ਕਰਨ ਵਾਲੇ ਦੋਸ਼ੀ ਵੀ ਕਿਸੇ ਪਾਲਿਸੀ ਦੇ ਤਹਿਤ ਕੀ ਪਤਾ ਉਹ ਵੀ ਰਿਹਾ ਹੋ ਜਾਣ? ਬਿਲਕੁਲ ਮੈਮ, ਬਿਲकुल, क्यों नहीं हो सकते हो? ਅੱਜ ਉਹ ਹੋ ਸਕਦਾ 15 ਸਾਲ ਬਾਅਦ ਮਰਡਰ 'ਚ ਤੇ ਰੇਪ ਦੇ ਕ੍ਰਾਈਮ 'ਚ, ਮਰਡਰ ਇੰਨੇ ਬੰਦਿਆਂ ਦਾ ਕਰਕੇ, ਐਂਡ ਸਟਿਲ ਦੇ ਆਰ ਆਊਟ, ਸਟਿਲ ਦੇ ਆਰ ਹੈਵਿੰਗ देयर ਲਾਈਫ। ਉਹ ਆਪਣੀ ਲਾਈਫ ਚਲਾ ਰਹੇ ਨੇ ਜਿੱਦਾਂ ਚਲਾਣੀ ਹੈ, ਜੋ ਕਰਨਾ ਕਰ ਰਹੇ ਨੇ। ਐਂਡ ਮੈਨੂੰ ਨਹੀਂ ਲੱਗਦਾ ਇੰਨੀ ਗੰਦੀ ਲੜਾਈ ਲੜ ਕੇ 15 ਸਾਲ ਵੀ ਫਿਰ ਵੀ ਉਹ ਆਪਣੇ ਆਪ ਤੋਂ ਜੂਝ ਹੀ ਰਹੇ ਹੋਣੇ। ਜੋ ਵੀ ਹੋ ਰਿਹਾ ਹੋਣਾ, ਉਹ ਤਾਂ ਆਪਣੀ ਲਾਈਫ ਬੰਦ ਹੋ ਚੁੱਕੀ ਹੈ ਨਾ ਉਹਨਾਂ ਦੀ, ਉਹ ਤਾਂ ਨਹੀਂ ਕੁਝ ਕਰ ਸਕਦੇ। ਉਹ ਤਾਂ ਸਿਰਫ ਇਸੇ ਸਹਾਰੇ ਤੇ ਨੇ ਕਿ ਹਾਂ ਮੇਰਾ ਸਿਸਟਮ ਸਾਥ ਦੇਗੀ, ਮੇਰਾ ਕੋਰਟ ਸਾਥ ਦੇਗੀ, ਕਦੇ ਇਹਨਾਂ ਨੂੰ ਬਾਹਰ ਨਹੀਂ ਆਉਣ ਦੇਗੀ। ਸਾਡਾ ਮੇਰਾ ਕਿਸੇ ਵੀ ਵਿਕਟਮ ਦਾ ਸਿਰਫ ਇੰਨਾ ਜ਼ੋਰ ਹੈ ਕਿ ਉਹ ਲੜ ਸਕਦਾ ਹੈ। ਕਈ ਤਾਂ ਜਿੰਨੀ ਲੜਦੇ ਉਹਦੀ ਨਹੀਂ ਸ਼ਾਇਦ ਇਸੇ ਡਰ ਕਰਕੇ ਕਿ ਪਤਾ ਨਹੀਂ ਕੀ ਹੋਏਗਾ, ਕੌਣ ਲੜੇਗਾ। ਅਜੇ ਕੇਸ ਜੇ ਅਜੇ ਹੀ ਹੁੰਦਾ ਰਿਹਾ। ਰੀਟਾ ਮੈਮ, ਕੌਣ ਕਿਹੜੀ ਕੁੜੀ ਹੁਣ ਅੱਗੇ ਆਏਗੀ? ਬਿਲਕੁਲ, ਮੈਂ ਇਹਦੀ ਪ੍ਰੋਸੀਕਿਊਟਰਿਕਸ ਦੀ ਗੱਲਬਾਤ ਸੁਣ ਕੇ ਮੈਂ ਇਹ ਸੋਚ ਰਹੀ ਸੀ ਕਿ ਸਾਡਾ ਸਿਸਟਮ ਤੇ ਸਾਡੇ ਇੰਸਟੀਟਿਊਸ਼ਨਸ ਕਿੰਨੇ ਇਨਸੈਂਸਿਟਿਵ ਹੋ ਚੁੱਕੇ ਹਨ। ਸਾਡੇ ਕੋਲ ਕਿਸੇ ਦਾ ਦਰਦ ਸਮਝਣ ਦਾ ਕੋਈ ਮਤਲਬ ਉਹ ਟੱਚਸਟੋਨ ਹੀ ਨਹੀਂ ਹੈਗਾ ਹੈ।
ਬਿਲਕਿਸ ਬਾਨੋ ਦਾ ਮਾਮਲਾ ਅਗਰ ਡਿਸਕਸ ਕਰੀਏ ਮੈਮ ਤਾਂ ਚੰਗਾ ਵਿਵਹਾਰ ਅਪਰਾਧ ਦੀ ਪ੍ਰਕਿਰਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਰਿਮਿਸ਼ਨ ਪਾਲਿਸੀ ਤਹਿਤ ਰਿਹਾ ਕੀਤਾ ਗਿਆ 5 ਮਹੀਨੇ ਦੀ ਪ੍ਰੈਗਨੈਂਟ ਵੂਮਨ ਦੇ ਨਾਲ ਰੇਪ ਹੁੰਦਾ ਹੈ ਉਸਦੀ ਬੱਚੀ ਮਾਰ ਦਿੱਤੀ ਜਾਂਦੀ ਹੈ ਇਹੋ ਜਿਹੇ ਅਪਰਾਧ ਦੀ ਪ੍ਰਕਿਰਤੀ ਚੰਗੀ ਕਿਵੇਂ ਹੋ ਸਕਦੀ ਹੈ ਜਿਸ ਮੈਰਿਟ ਦੇ ਆਧਾਰ ਤੇ ਰਿਹਾਈ ਦਿੱਤੀ ਗਈ ਹੈ ਉਸ ਦੇ ਬਾਰੇ ਤੁਸੀਂ ਕੀ ਕਹੋਗੇ आई थिंक मैं सिर्फ इतना कहांगी मैटर इज हले सुप्रीम कोर्ट कोल है लेट अस वेट एंड वॉच इतने कह के मैं उधर छड्डांगी बट जो होया वो बहुत अनफॉर्चुनेट है बिकॉज जड़ी सरकार दी पॉलिसी भी आई है जड़ी रिमिशन पॉलिसी ਉਹਦੇ ਵਿੱਚ ਵੀ ਰੇਪ ਵਿਕਟਿਮ ਨੂੰ ਰਿਮਿਸ਼ਨ ਦੇਣ ਦਾ ਕੋਈ ਪ੍ਰਾਵਧਾਨ ਨਹੀਂ ਹੈ ਇਨਫੈਕਟ ਜਿੰਨੀਆਂ ਵੀ ਸਟੇਟਸ ਦੀ ਆਪਣੀ ਰਿਮਿਸ਼ਨ ਪਾਲਿਸੀਜ਼ ਹੈ ਉਹਨਾਂ ਦੇ ਵਿੱਚ ਰੇਪ ਵਿਕਟਿਮ ਦਾ ਜਾਂ ਅੰਟਿਲ ਡੈਥ ਦਾ ਜਾਂ ਸੀਰੀਅਸ ਆਫੈਂਸਸ ਦਾ ਹੀਨੀਅਸ ਆਫੈਂਸਸ ਤੇ ਕੋਈ ਵੀ ਰੇਪ ਗ੍ਰਾਂਟ ਕਰਨ ਰਿਮਿਸ਼ਨ ਗ੍ਰਾਂਟ ਕਰਨ ਦੀ ਪ੍ਰੋਵੀਜ਼ਨ ਨਹੀਂ ਹੈ ਐਂਡ ਆਈ ਐਮ ਸ਼ੋਰ ਈਵਨ ਇਹਦੇ ਕੇਸ ਦੇ ਵਿੱਚ ਵੀ ਸਰਕਾਰ ਵਾਸਤੇ ਬੜਾ ਮੁਸ਼ਕਿਲ ਹੋਏਗਾ ਇਹਨੂੰ ਜਸਟੀਫਾਈ ਕਰਨਾ जिन्हें रेप किया है जिन्होंने मर्डर्स किए हैं गैंग रेप है हाउ कैन यू एवर जस्टिफाई कि ਉਹਦਾ ਕੰਡਕਟ ਇਨ ਪ੍ਰਿਜ਼ਨ ਚੰਗਾ ਸੀ ਇਸ ਕਰਕੇ ਉਹ ਰਿਮਿਸ਼ਨ ਦਾ ਹੱਕਦਾਰ ਹੈ ਜਦ ਕਿ ਰਿਮਿਸ਼ਨ ਪਾਲਿਸੀ ਕਲੀਅਰਲੀ ਕਹਿੰਦੀ ਹੈ ਕਿ ਰੇਪ ਵਿਕਟਿਮ ਨੂੰ ਰਿਮਿਸ਼ਨ ਨਹੀਂ ਮਿਲ ਸਕਦੀ ਸੋ ਸਾਨੂੰ ਆਪਣੀ ਸੁਪਰੀਮ ਕੋਰਟ ਤੇ ਹਾਲੇ ਵੀ ਭਰੋਸਾ ਹੈ ਕਿ ਰਿਮਿਸ਼ਨ ਜਿੰਨੀ ਉਹਨਾਂ ਨੂੰ ਮਿਲੀ ਹੈ ਦੇਖੋ ਸਜ਼ਾ ਕੱਟ ਕੇ ਬਾਹਰ ਆਉਣ ਦਾ ਉਹਨਾਂ ਨੂੰ ਬਿਲਕੁਲ ਹੱਕ ਹੈ ਜੇ ਕਿਸੇ ਨੂੰ 10 ਸਾਲ ਮਿਲੀ ਹੈ 20 ਸਾਲ ਮਿਲੀ ਹੈ ਉਹ ਕਦੀ ਪੂਰੇ ਜ਼ਰੂਰ ਹੋਣਗੇ ਉਹਨਾਂ ਨੇ ਬਾਹਰ ਆਣਾ ਹੈ ਬਟ ਉਹਨਾਂ ਨੂੰ ਐਕਸਟਰਾ ਇੰਡਲਜੈਂਸਸ ਨਾਲ ਬਾਹਰ ਕੱਢਣਾ ਆਈ ਥਿੰਕ ਉਹ ਸਰਕਾਰ ਵਾਸਤੇ ਬੜਾ ਮੁਸ਼ਕਿਲ ਹੋਣ ਲੱਗਾ ਹੈ ਮੈਨੂੰ ਨਹੀਂ ਲੱਗਦਾ ਕਿ ਗੁਜਰਾਤ ਸਰਕਾਰ ਇਹਨੂੰ ਜਸਟੀਫਾਈ ਕਰ ਸਕੇਗੀ ਕਿਸੇ ਵੀ ਤਰ੍ਹਾਂ ठीक है उम्मीद करते हैं उनके देखना होगा सुप्रीम कोर्ट ਵਿੱਚ ਕੀ ਕੁਝ ਹੁੰਦਾ ਹੈ ਉਮੀਦ ਕਰਦੇ ਹਾਂ ਕਿ ਉਹ ਕੁਝ ਚੰਗਾ ਹੀ ਨਿਕਲ ਕੇ ਆਏਗਾ ਕਿਉਂਕਿ ਜਿਹੜੀ ਪਟੀਸ਼ਨ ਪਾਈਆਂ ਗਈਆਂ ਨੇ ਉਸ ਦੇ ਬਿਨਾਂ ਤੇ ਇੱਕ ਵਾਰ ਫਿਰ ਮੈਂ ਤੁਹਾਡੇ ਕੋਲ ਆਣਾ ਚਾਹਾਂਗੀ ਬਹਾਦਰ ਲੜਕੀ ਮੈਂ ਹਰ ਵਾਰ ਤੁਹਾਨੂੰ ਇਹੀ ਕਹਾਂਗੀ ਜਦੋਂ ਸਭ ਕੁਝ ਇਹ ਹੋਇਆ 2019 ਉਸ ਤੋਂ ਬਾਅਦ ਤੁਸੀਂ ਖੁਦ ਕਹਿ ਰਹੇ ਹੋ ਕਿ ਮੇਰੀ ਪੂਰੀ ਜ਼ਿੰਦਗੀ ਬਦਲ ਗਈ ਕਿਵੇਂ ਸੋਚਿਆ ਕਿ ਮੈਂ ਆਪਣੀ ਲੜਾਈ ਲੜਨੀ ਹੈ ਉਸ ਵਕਤ ਲੱਗਿਆ ਸੀ ਜਦੋਂ ਡਰਾਇਆ ਧਮਕਾਇਆ ਗਿਆ ਕਿ ਡਰ ਕੇ ਬਹਿ ਜਾਓ ਨਹੀਂ ਪਤਾ ਨਹੀਂ ਕੀ ਹੋ ਜਾਏਗਾ ਹੋਰ ਅੱਗੇ ਜਾਨ ਨੂੰ ਖਤਰਾ ਹੋ ਸਕਦਾ ਹੈ ਕਿਵੇਂ ਦਿਮਾਗ ਵਿੱਚ ਆਇਆ ਕਿ ਨਹੀਂ ਲੜਨੀ ਹੈ ਮੈਂ ਆਪਣੀ ਲੜਾਈ ਮੈਮ ਜਦ ਮੈਨੂੰ ਧਮਕੀਆਂ ਮਿਲ ਰਹੀਆਂ ਸੀਗੀਆਂ ਜਦ ਆ ਸਭ ਕੁਝ ਹੋ ਰਿਹਾ ਸੀਗਾ ਉਸ ਟਾਈਮ ਮੇਰੇ ਕੋਲ ਸਿਰਫ ਸਪੋਰਟ ਕਿਹਦਾ ਸੀਗਾ ਜਿਹੜਾ ਮੇਰੇ ਨਾਲ ਸੀਗੇ ਉਸ ਟਾਈਮ ਮੈਨੂੰ ਸਪੋਰਟ ਕਰ ਰਹੇ ਸੀਗੇ ਕੁਝ ਜਣੇ ਜਿਹੜੇ ਮੇਰੇ ਨਾਲ ਕੋਰਟ 'ਚ ਵੀ ਜਾਂਦੇ ਸੀਗੇ ਜਿਹੜੇ ਮੇਰੇ ਨਾਲ ਹਰ ਟਾਈਮ ਰਹਿੰਦੇ ਸੀਗੇ ਇਫ ਆਈ ਹੈਵ ਮੇਰੇ ਨੂੰ ਕੋਈ ਪ੍ਰੋਬਲਮ ਹੈ ਮੇਰੇ ਘਰ ਦੇ ਬਾਹਰ ਵੀ ਕੋਈ ਹੈ ਮੈਂ ਇੱਕ ਫੋਨ ਕਰਦੀ ਸੀ ਉਹ ਮੇਰੇ ਘਰ ਦੇ ਬਾਹਰ ਹੁੰਦੇ ਸੀਗੇ ਤਾਂ ਕਿ ਮੈਨੂੰ ਕਦੇ ਕੋਈ ਪ੍ਰੋਬਲਮ ਨਾ ਆਵੇ ਸੋ ਉਸ ਤਰੀਕੇ ਨਾਲ ਮੈਨੂੰ ਉਦਾਂ ਸੇਫ ਰੱਖਿਆ ਗਿਆ ਕਿ ਪ੍ਰੋਟੈਕਟ ਕੀਤਾ ਗਿਆ ਕਿਤੇ ਨਾ ਕਿਤੇ ਮੈਨੂੰ ਐਂਡ ਦੈਨ ਫਿਰ ਉਸ ਤੋਂ ਬਾਅਦ ਜਦ ਮੈਨੂੰ ਪੈਸੇ ਦੀ ਧਮਕੀਆਂ ਮਿਲਣ ਲੱਗ ਗਈਆਂ ਕਿ ਪੈਸੇ ਲਓ ਤੇ ਜਾਓ ਆਪਣਾ ਕੰਮ ਕਰੋ ਸਾਨੂੰ ਸਾਡਾ ਕੰਮ ਕਰਨ ਦਿਓ ਕਿੱਦਾਂ ਕਰਨ ਦਵਾਂ ਮੈਮ ਕਿੱਦਾਂ ਨਹੀਂ ਹੋ ਸਕਦਾ ਉਹ ਚੀਜ਼ ਹੋ ਹੀ ਨਹੀਂ ਸਕਦੀ ਨਾਟ ਪੋਸੀਬਲ ਨਹੀਂ ਹੈਗੀ ਉਹ ਚੀਜ਼ ਕਿਉਂਕਿ ਉਹ ਕਿੰਨੀਆਂ ਜ਼ਿੰਦਗੀਆਂ ਬਰਬਾਦ ਕਰ ਚੁੱਕੇ ਹੈ ਉਹ ਮੈਨੂੰ ਧਮਕਾ ਰਿਹਾ ਹੈ ਕਿ ਮੈਂ ਹੋਰ ਜ਼ਿੰਦਗੀਆਂ ਬਰਬਾਦ ਕਰਨੀਆਂ ਜਾ ਕੇ ਮੈਨੂੰ ਜਾਣ ਦੇ ਨਹੀਂ ਹੋ ਸਕਦਾ ਉਹ ਚੀਜ਼ ਨਹੀਂ ਕਿਸ ਤਰ੍ਹਾਂ ਦੇ ਚੈਲੰਜਸ ਆਏ ਸੀ ਟ੍ਰਾਇਲ ਦੇ ਦੌਰਾਨ ਕੀ ਕੁਝ ਬਰਦਾਸ਼ਤ ਕੀਤਾ ਇਮੋਸ਼ਨਲੀ ਵੀ ਹੋਰ ਅਦਰਵਾਈਜ਼ ਵੀ ਮੈਮ ਤੁਸੀਂ ਸੋਚੋ ਜਿਸ ਕੁੜੀ ਨੇ ਕਦੇ ਸ਼ਕਲ ਨਹੀਂ ਦੇਖੀ ਕੋਰਟ ਦੀ ਅੱਜ ਤੱਕ ਇੱਕ ਕੋਈ ਸਰਕਾਰੀ ਕੰਮ ਨਹੀਂ ਜਾ ਕੇ ਕੀਤਾ ਆਪ ਆਪਣੇ ਹੱਥੀ ਐਂਡ ਇੱਕਦਮ ਉਹਨੂੰ ਸਾਰਾ ਕੁਝ ਦੇਖਣਾ ਪੈ ਗਿਆ ਪੁਲਿਸ ਡਾਕਟਰਸ ਕੋਰਟ ਵਕੀਲ ਕਚਹਿਰੀ ਅੰਦਰ ਜਾ ਕੇ ਕਚਹਿਰੀ 'ਚ ਦੇਖਣਾ ਉਹ ਐਕਸਪੀਰੀਅੰਸ ਜਿੰਨਾ ਡਰਾਉਂਦਾ ਹੈ ਉਨਾ ਹੀ ਹਿੰਮਤ ਦਿੰਦਾ ਹੈ ਕਿ ਨਹੀਂ ਮੈਂ ਕੁਝ ਸਹੀ ਕੀਤਾ ਕਿਸੇ ਹੋਰ ਇਨਸਾਨ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾਇਆ ਕਿਸੇ ਦਾ ਜੋ ਹੋਣਾ ਸੀ ਹੋ ਗਿਆ ਜਿੰਨੇ ਜੋ ਕਰਨਾ ਸੀ ਕਰ ਲਿਆ ਨਾਓ ਟਾਈਮ ਟੂ ਐਕਟ ਔਨ ਸਮਥਿੰਗ ਕਦੀ ਕਿਸੇ ਮੋਮੈਂਟ ਤੇ ਕਮਜ਼ੋਰ ਪਈ ਸੀ ਕਿ ਨਹੀਂ ਬਸ ਹੋ ਗਿਆ ਹੁਣ ਮੈਂ ਲੜ ਨਹੀਂ ਸਕਦੀ ਇਹ ਲੜਾਈ ਮੈਮ ਹਰ ਰੋਜ਼ ਫੀਲ ਹੁੰਦਾ ਉਹ ਤੇ
ਹਰ ਰੋਜ਼ ਇਹ ਹਰ ਦਿਨ ਓਦਾਂ ਦਾ ਹੈ ਕਿ ਅਗਲਾ ਦਿਨ ਮਨ ਕਰਦਾ ਨਹੀਂ ਹੁਣ ਨਹੀਂ ਹੋਰ ਹੋ ਸਕਦਾ। ਫਿਰ ਉਸ ਵਕਤ ਕੀ ਬਟ ਚੀਜ਼ ਉਸ ਦਿੰਦੀ ਸੀ? ਟਾਈਮ ਤਾਂ ਉਸ ਟਾਈਮ ਤਾਂ ਬਿਲਕੁਲ ਹੀ ਅਲੱਗ ਸੀਗਾ ਨਾ। ਮੇਰੇ ਦਿਮਾਗ 'ਚ ਇੱਕ ਵਾਰੀ ਆ ਨਹੀਂ ਆਇਆ ਕਿ ਨਹੀਂ ਮੈਂ ਨਹੀਂ ਲੜਨਾ। ਮੇਰੇ ਦਿਮਾਗ 'ਚ ਇੱਕ ਵਾਰੀ ਆ ਨਹੀਂ ਸੋਚਿਆ ਮੈਂ ਕਿ ਨਹੀਂ ਕੋਰਟ ਕਚਹਿਰੀ ਦੇ ਚੱਕਰ ਲਗਾਉਣੇ ਪੈਣੇ, ਨਹੀਂ। ਕਿਉਂਕਿ ਉਹ ਚੀਜ਼ ਕਰਨੀ ਸੀਗੀ, ਉਹ ਚੀਜ਼ ਜ਼ਰੂਰੀ ਸੀਗੀ। ਜਦ ਤੁਸੀਂ ਕਿਸੇ ਚੀਜ਼ ਨੂੰ ਜ਼ਰੂਰੀ ਬਣਾ ਲੈਂਦੇ ਹੋ, ਤੁਸੀਂ ਸੋਚ ਲੈਂਦੇ ਹੋ ਕਿ ਨਹੀਂ ਆ ਮੇਰੇ ਇਕੱਲੇ ਲਈ ਨਹੀਂ, ਬਹੁਤ ਜਨਿਆਂ ਦੇ ਲਈ, ਅੱਗੇ ਜਨਿਆਂ ਲਈ ਵੀ ਹੈ, ਜਿਹੜੇ ਪਿੱਛੇ ਹੈਗੇ ਆ ਜਿਨ੍ਹਾਂ ਨਾਲ ਹੋ ਚੁੱਕਿਆ ਉਹਨਾਂ ਲਈ ਜ਼ਰੂਰੀ ਹੈ। ਜਦ ਤੁਸੀਂ ਆਹੀ ਸੋਚ ਲਿਆ ਆਪਣੇ ਆਪ ਨੂੰ ਮਿਲਾ ਕੇ, ਫਿਰ ਨਹੀਂ ਮੈਨੂੰ ਲੱਗਦਾ ਕਿ ਤੁਹਾਨੂੰ ਡਰਨ ਦੀ ਲੋੜ ਹੈ, ਤੁਹਾਨੂੰ ਆ ਸੋਚਣ ਦੀ ਲੋੜ ਹੈ ਕਿ ਕੌਣ ਕੀ ਸੋਚੇਗਾ। ਤੁਹਾਨੂੰ ਫੈਮਿਲੀ ਦੇ ਬਾਰੇ ਸੋਚਣ ਦੀ ਲੋੜ ਨਹੀਂ, ਕਿਉਂਕਿ ਫੈਮਿਲੀ ਅੱਜ ਸਪੋਰਟ ਕਰਨਗੇ ਨਹੀਂ ਕਰਨਗੇ, ਬਟ ਤੁਹਾਨੂੰ ਪਤਾ ਇੱਕ ਟਾਈਮ ਤੇ ਆ ਕੇ ਤੁਹਾਨੂੰ ਪਤਾ ਤੁਸੀਂ ਸਹੀ ਕੀਤਾ। ਕਿ ਜ਼ਿੰਦਗੀ ਲੀਹਾਂ ਤੇ ਪਰਤ ਆਈ ਹੈ ਕਿ ਜ਼ਿੰਦਗੀ ਉਸੇ ਤਰ੍ਹਾਂ ਹੈ ਜਿਵੇਂ 2019 ਤੋਂ ਪਹਿਲੇ ਸੀ? ਮੈਮ ਚੇਂਜ ਨਹੀਂ ਹੋ ਸਕਦਾ, ਉਹ ਟਾਈਮ ਚੇਂਜ ਨਹੀਂ ਹੋ ਸਕਦਾ। ਉਸ ਚੀਜ਼ ਤੋਂ ਬਾਅਦ ਇਹ ਕਹਿੰਦੇ ਆ ਤੁਹਾਡੀ ਲਾਈਫ ਇੱਕ ਟਾਈਮ ਤੇ ਰੁਕ ਜਾਂਦੀ ਹੈ, ਬਟ ਯੂ ਸਟਾਰਟ ਲਿਵਿੰਗ ਵਿਦ ਦੈਟ। ਤੁਸੀਂ ਸਟਾਰਟ ਕਰ ਦਿੰਦੇ ਹੋ ਉਸ ਪੇਨ ਦੇ ਨਾਲ ਜੀਣਾ, ਉਸ ਦਰਦ ਦੇ ਨਾਲ ਨਿਕਲਣਾ, ਐਂਡ ਆਪਣੀ ਲਾਈਫ ਉਹਦੇ ਨਾਲ। ਹੁਣ ਤਾਂ ਮੇਰਾ ਪਾਰਟ ਹੈ ਨਾ, ਉਹ ਚੀਜ਼ ਮੇਰਾ ਪਾਰਟ ਹੈ। ਮੈਂ ਉਹਨੂੰ ਛੱਡ ਨਹੀਂ ਸਕਦੀ, ਕਦੇ ਨਹੀਂ ਛੱਡ ਸਕਦੀ। ਜਦ ਤੱਕ ਉਹ ਮੈਂ ਨਹੀਂ ਇਸ ਦੁਨੀਆ ਤੇ, ਤਦ ਤੱਕ ਮੈਂ ਨਹੀਂ ਛੱਡ ਸਕਦੀ ਉਹਨੂੰ। ਕਿਉਂ ਨਹੀਂ ਛੱਡ ਸਕਦੀ? ਬਿਕੋਜ਼ ਮੇਰਾ ਲਾਈਫ ਏਦਾਂ ਚੇਂਜ ਹੋਇਆ ਮੈਂ ਕਦੇ ਸੋਚਿਆ ਨਹੀਂ ਸੀਗਾ। ਕਈਆਂ ਦਾ ਆਲਰੇਡੀ ਹੋਇਆ ਹੋਣਾ ਮੇਰੇ ਤੋਂ ਪਹਿਲਾਂ, ਕੋਈ ਨਹੀਂ ਬਾਹਰ ਆਇਆ। ਅੱਗੇ ਕਿਸੇ ਦਾ ਨਾ ਹੋਵੇ। ਕੋਈ ਵੀ ਰੇਪ ਵਿਕਟਮ ਜਾ ਕੇ ਰਿਪੋਰਟ ਕਰਦਾ, ਉਸ ਤੋਂ ਬਾਅਦ ਇੱਕ ਹੋਰ ਬੰਦਾ ਉੱਭਰ ਕੇ ਆਂਦਾ, ਇੱਕ ਹੋਰ ਕ੍ਰਿਮੀਨਲ ਪੈਦਾ ਹੋ ਜਾਂਦਾ। ਉਹਦਾ ਜੜ ਮਿਟਾਣਾ ਬਹੁਤ ਜ਼ਰੂਰੀ ਹੈ। ਆਨੀ ਕ੍ਰਾਈਮ ਮਿਟਾਣਾ ਨਹੀਂ, ਉਹਦੀ ਸੋਚ ਮਿਟਾਣਾ ਜ਼ਰੂਰੀ ਹੈ, ਜਿੱਥੋਂ ਕ੍ਰਾਈਮ ਸ਼ੁਰੂ ਹੋ ਰਿਹਾ। ਬਹੁਤ ਜ਼ਰੂਰੀ ਆ ਚੀਜ਼। ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਆਪਾਂ ਇਸ ਚੀਜ਼ ਨੂੰ ਕਦੇ ਵੀ ਰੋਕ ਪਾਵਾਂਗੇ। ਆਪਾਂ ਕੁੜੀਆਂ ਨੂੰ ਕਹਿ ਲਾਂਗੇ ਕਿ ਹਾਂ ਅੱਗੇ ਵਧੋ, ਲੜੋ, ਆਪਾਂ ਸਾਰਿਆਂ ਨੂੰ ਕਹਿ ਲਾਂਗੇ, ਬਟ ਆਪਾਂ ਜਦ ਤੱਕ ਆਪਣੇ ਮੁੰਡਿਆਂ ਨੂੰ ਨਹੀਂ ਸਿਖਾਵਾਂਗੇ ਕੁੜੀਆਂ ਦੀ ਇੱਜ਼ਤ ਕਰਨਾ, ਕਦੇ ਨਹੀਂ ਬਦਲ ਸਕਦਾ ਕੁਝ। ਜੋ ਘਟਨਾ, ਦਰਦਨਾਕ ਘਟਨਾ, ਸ਼ਾਇਦ ਜਿਸ ਘਟਨਾ ਨੂੰ ਸ਼ਬਦਾਂ ਵਿੱਚ ਬਿਆਨ ਵੀ ਨਹੀਂ ਕੀਤਾ ਜਾ ਸਕਦਾ, ਔਰ ਉਹ ਤੁਸੀਂ ਸਹਿਆ ਹੈ, ਜਰਿਆ ਹੈ। ਜਿਹੜੀਆਂ ਲੜਕੀਆਂ ਅਜਿਹੀਆਂ ਘਟਨਾਵਾਂ ਦੀ ਸ਼ਿਕਾਰ ਹੁੰਦੀਆਂ ਨੇ, ਰੇਪ ਦੇ ਸ਼ਿਕਾਰ ਹੁੰਦੀਆਂ ਨੇ, ਯੌਨ ਹਿੰਸਾ ਦੇ ਸ਼ਿਕਾਰ ਹੁੰਦੀਆਂ ਨੇ, ਉਹਨਾਂ ਦੇ ਲਈ ਕੋਈ ਸੁਨੇਹਾ ਦੇਣਾ ਚਾਹੋਗੇ? ਉਹਨਾਂ ਦੇ ਲਈ ਕੋਈ, ਉਹ ਵੀ ਲੜਾਈ ਲੜ ਸਕਣ, ਕੁਝ ਕਹਿਣਾ ਚਾਹੋਗੇ? ਮੈਂ ਤਾਂ ਆ ਕਹਿ ਸਕਦੀ ਹਾਂ ਕਿ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ, ਮੈਨੂੰ ਪਤਾ ਨਹੀਂ ਹੁੰਦੀ। ਸਾਰੀ ਦੁਨੀਆ ਨਾਲ ਲੜਨਾ ਪੈਂਦਾ, ਬਟ ਜੇ ਤੁਸੀਂ ਲੜੋਗੇ ਨਹੀਂ, ਤੁਸੀਂ ਰੋਕੋਗੇ ਨਹੀਂ ਅੱਗੇ ਕਿਸੇ ਦੀ ਲਾਈਫ ਬਰਬਾਦ ਹੋਣ ਤੋਂ। ਤੁਹਾਡੇ ਨਾਲ ਤਾਂ ਹੋ ਚੁੱਕਿਆ, ਹੋ ਗਿਆ ਹੈ, ਉਹਦੇ ਲਈ ਲੜ ਸਕਦੇ ਹੋ ਤੇ ਅੱਗੇ ਹੋਣ ਤੋਂ ਬਚਾ ਸਕਦੇ ਹੋ। ਕਿਸੇ ਹੋਰ ਦੀ ਲਾਈਫ ਬਰਬਾਦ ਹੋਣ ਤੋਂ ਬਚਾ ਸਕਦੇ ਹੋ। ਖਤਮ ਹੋ ਜਾਂਦੀ ਹੈ ਲਾਈਫ, ਮੈਨੂੰ ਪਤਾ ਹੈ, ਕਿਸੇ ਨਾ ਕਿਸੇ ਨੂੰ ਹੋਰ ਵੀ ਪਤਾ ਹੀ ਹੋਏਗਾ, ਬਟ ਸਟਿਲ ਮੈਂ ਇਹ ਕਹੂੰਗੀ ਲੜੋ। ਨਹੀਂ ਲੜ ਸਕਦੇ, ਕਿਸੇ ਹੋਰ ਨੂੰ ਲੜਨ ਦਿਓ ਤੁਹਾਡੇ ਲਈ। ਹੋਰ ਮੈਨੂੰ ਨਹੀਂ ਲੱਗਦਾ ਹੋਰ ਕੋਈ ਵੀ ਕੁਝ ਕਰ ਸਕਦਾ ਇਸ ਚੀਜ਼ 'ਚ। ਰੀਟਾ ਮੈਮ, ਇਹ ਦਰਦ ਅਸੀਂ ਮਹਿਸੂਸ ਵੀ ਨਹੀਂ ਕਰ ਸਕਦੇ। ਵੈਰੀ ਟ੍ਰੈਜਿਕ। ਉਹਨੇ ਬੜੀ ਬਿਊਟੀਫੁਲੀ ਕਿਹਾ ਕਿ 5 ਘੰਟੇ ਨੇ ਉਹਦੀ ਲਾਈਫ ਚੇਂਜ ਕਰਤੀ। ਐਂਡ ਆਈ ਥਿੰਕ ਜੋ ਇਹ ਹੈ ਉਹੀ ਨਿਰਭਇਆ ਦੇ ਨਾਲ ਹੋਇਆ, ਉਹੀ ਬਿਲਕਿਸ ਬਾਨੋ ਨਾਲ ਹੋਇਆ। ਤੇ ਜਿਵੇਂ ਨੇ ਕਿਹਾ ਕਿ ਜੇ ਆਪ ਨਹੀਂ ਲੜ ਸਕਦੇ, ਕਿਸੇ ਹੋਰ ਨੂੰ ਆਪਣੇ ਵਾਸਤੇ ਲੜਨ ਦਿਓ। ਆਈ ਥਿੰਕ ਬਿਲਕਿਸ ਬਾਨੋ ਦੇ ਕੇਸ ਦੇ ਵਿੱਚ ਅੱਜ ਇਹੀ ਹੋ ਰਿਹਾ ਹੈ, ਕਿਉਂਕਿ ਇਹ ਵਿਚਾਰੇ ਜਿਹੜਾ ਵਿਕਟਿਮ ਹੈ
ਉਹ ਕਿੰਨੀ ਲੰਬੀ ਲੜਾਈ ਲੜੇਗਾ। ਕਿਤੇ ਨਾ ਕਿਤੇ ਤੁਸੀਂ ਅਸੀਂ ਸਮਾਜ ਨੂੰ ਇਕੱਠੇ ਹੋ ਕੇ ਇਹਨਾਂ ਦੀ ਫਾਈਟ ਨੂੰ ਅੱਗੇ ਲਿਜਾਣਾ ਪਏਗਾ ਤੇ ਸਾਨੂੰ ਲੜਨਾ ਪਏਗਾ। ਸਾਨੂੰ ਲੱਗੇਗਾ ਕਿ ਅਸੀਂ ਇਹਨਾਂ ਵਾਸਤੇ ਲੜ ਰਹੇ ਹਾਂ, ਬਟ ਦ ਫੈਕਟ ਇਜ਼ ਕਿ ਅਸੀਂ ਆਪਣੇ ਵਾਸਤੇ, ਸਮਾਜ ਦੀ ਹਰ ਲੜਕੀ ਵਾਸਤੇ ਲੜ ਰਹੇ ਹਾਂ ਤੇ ਉਹ ਸਾਨੂੰ ਇੱਕ ਕਲੈਕਟਿਵ ਫਾਈਟ ਕਰਨੀ ਹੀ ਪਏਗੀ। ਐਂਡ ਆਈ ਥਿੰਕ ਇਹ ਜਿਹੜਾ ਤੁਸੀਂ ਸ਼ੋਅ ਵੀ ਕਰ ਰਹੇ ਹੋ, ਇਹ ਵੀ ਕੁਝ ਹੱਦ ਤੱਕ ਮੈਂ ਕਹਾਂਗੀ ਇਟ ਇਜ਼ ਪਾਰਟ ਆਫ ਦ ਸੇਮ ਫਾਈਟ ਕਿ ਜਦ ਜਿਵੇਂ ਜਿਵੇਂ ਅਸੀਂ ਸਾਰੇ ਆਵਾਜ਼ ਉਠਾਵਾਂਗੇ ਉਵੇਂ ਹੀ ਉਵੇਂ ਇਹਨਾਂ ਨੂੰ ਥੋੜੀ ਸਟਰੈਂਥ ਮਿਲੇਗੀ ਕਿ ਸਾਡੇ ਨਾਲ ਕੋਈ ਤਾਂ ਖੜਾ ਹੈ। ਜਦ ਤੱਕ ਕਿਸੇ ਨਾਲ ਕੋਈ ਖੜਾ ਨਹੀਂ ਹੋਏਗਾ, ਇਸੇ ਵਾਲ ਗੈਂਗ ਰੇਪ ਦੇ ਵਿੱਚ ਹੀ ਜਿਹੜੇ ਅਕਿਊਜ਼ ਨੇ ਪਹਿਲਾਂ ਜਿਨ੍ਹਾਂ ਕੁੜੀਆਂ ਨਾਲ ਕੀਤਾ, ਜੋ ਕਿ ਸ਼ਾਇਦ ਪਬਲਿਕ ਡੋਮੇਨ ਦੇ ਵਿੱਚ ਨਹੀਂ ਆਇਆ, ਉਹਨਾਂ ਦੇ ਨਾਲ ਵੀ ਜੇ ਮੈਮ ਅਗਰ ਉਹ ਆ ਗਈਆਂ ਹੁੰਦੀਆਂ ਇਸ ਬਹਾਦਰ ਲੜਕੀ ਦੀ ਤਰ੍ਹਾਂ, ਉਹ ਵੀ ਸਾਹਮਣੇ ਆਈ ਹੁੰਦੀਆਂ ਤੇ ਸ਼ਾਇਦ ਉਹ ਸ਼ਾਇਦ ਇਹ ਵਿਕਟਿਮ ਨਾ ਬਣਦੀ, ਹੁੰਦੀ ਨਹੀਂ ਸਨ। ਇਹ ਸਾਡੇ ਨਾਲ ਨਹੀਂ ਹੁੰਦੀ ਇਸ ਹਾਲਾਤ ਵਿੱਚ। ਇਹ ਵਿਕਟਿਮ ਨਹੀਂ ਹੁੰਦੀ ਜੇ ਉਹ ਖੜੇ ਹੋ ਗਏ ਹੁੰਦੇ। ਅਨਫੋਰਚੂਨੇਟਲੀ ਉਹਨਾਂ ਦਾ ਚੁੱਪ ਰਹਿਣਾ, ਉਸ ਤੋਂ ਬਾਅਦ ਇੱਕ ਚੇਨ ਚਲਦੀ ਰਹੀ, ਐਕਿਊਜ਼ ਦੀ ਉਹ ਆਦਤ ਬਣ ਗਈ ਕਿ ਇਹ ਤਾਂ ਹਰ ਹਫਤੇ ਹੀ ਕਰੀ ਜਾਣਾ ਹੈ ਤੇ ਕੋਈ ਨਹੀਂ ਬੋਲਦਾ, ਸਾਡਾ ਤੇ ਕੁਝ ਹੋਣਾ ਨਹੀਂ, ਸਾਡਾ ਤੇ ਕੁਝ ਵਿਗੜਨਾ ਨਹੀਂ। ਬਿਲਕੁਲ। ਤੇ ਸ਼ਾਇਦ ਉਹਨਾਂ ਨੂੰ ਇੱਕ ਬਲੈਕਮੇਲਿੰਗ ਦਾ ਬਹੁਤ ਅੱਛਾ ਤਰੀਕਾ ਮਿਲ ਗਿਆ ਸੀ ਕਿ ਕੁੜੀਆਂ ਨੂੰ ਚੁੱਪ ਕਰਾਣਾ ਹੈ, ਉਹਨਾਂ ਦੀਆਂ ਫੋਟੋ ਖਿੱਚ ਲਓ, ਉਹ ਕਦੀ ਬੋਲਣਗੀਆਂ ਨਹੀਂ। ਹੈਟਸ ਆਫ ਟੂ ਦਿਸ ਗਰਲ ਕਿ ਜਿਹਨੇ ਇਹ ਪਹਿਲਾਂ ਐਟਲੀਸਟ ਇਹ ਕੀਤਾ। ਐਂਡ ਆਈ ਥਿੰਕ ਇਹਦੀ ਸੋਚ ਬੜੀ ਸਹੀ ਹੈ ਕਿ ਮੇਰੇ ਨਾਲ ਤਾਂ ਜੋ ਹੋਣਾ ਸੀ ਹੋ ਗਿਆ, ਕਮ ਸੇ ਕਮ ਕਿਸੇ ਹੋਰ ਨਾਲ ਨਾ ਹੋਏ। ਜੇ ਕਿਤੇ ਆਪਾਂ ਸਾਰੇ ਸੋਚੀਏ ਤਾਂ ਉਹ ਡਾਊਨ ਦ ਲਾਈਨ ਇੰਨੇ ਵਿਕਟਮਸ ਕਦੀ ਵੀ ਨਾ ਬਣਨ। और शायद इस लड़की ਦੀ ਬਹਾਦਰੀ ਦੇ ਕਾਰਨ ਨਾ ਜਾਣੇ ਕਿੰਨੀ ਲੜਕੀਆਂ ਦੀ ਜ਼ਿੰਦਗੀ ਬਚ ਗਈ ਹੈ, ਕਿੰਨੀ ਲੜਕੀਆਂ ਨੇ ਜਿਹੜੀਆਂ ਉਹ ਅਜੇ ਰੇਪ ਦਾ ਸ਼ਿਕਾਰ ਹੋਣ ਤੋਂ ਬਚੀਆਂ ਨੇ। ਠੀਕ ਹੈ ਮੈਮ, ਮੈਂ ਇਹ ਜਾਨਣਾ ਚਾਹਾਂਗੀ ਬਿਲਕਿਸ ਬਾਨੋ ਵਾਲਾ ਜਿਹੜਾ ਮਾਮਲਾ ਸੁਪਰੀਮ ਕੋਰਟ ਪਹੁੰਚਿਆ, ਪਟੀਸ਼ਨ ਪਾਈ ਗਈ ਹੈ ਰਿਹਾਈ ਦੇ ਖਿਲਾਫ, ਕੀ ਹੋ ਸਕਦਾ ਹੈ? ਦੇਖੋ ਇਹਦੇ ਵਿੱਚ ਜਿਹੜੀ ਉਹਨਾਂ ਨੇ ਜਿਹੜਾ ਉਹਨਾਂ ਦਾ ਰਿਲੀਜ਼ ਹੋਇਆ, ਉਹਦੇ ਵਿੱਚ ਬੜੇ ਡਿਫਰੈਂਟ ਤਰ੍ਹਾਂ ਦੇ ਮੁੱਦੇ ਹੈ। ਪਹਿਲੇ ਹੈ ਕਿ ਰਿਮਿਸ਼ਨ ਪਾਲਿਸੀ ਨੂੰ ਸਹੀ ਉਹਦੀ ਐਪਲੀਕੇਬਿਲਿਟੀ ਸਹੀ ਹੋਈ ਹੈ ਇਹਨਾਂ ਦੋਸ਼ੀਆਂ ਤੇ। ਉਹ 11 ਦੋਸ਼ੀ 11 ਦੇ 11 ਜਿਨ੍ਹਾਂ ਤੇ ਰੇਪ ਐਂਡ ਮਰਡਰ ਦੇ ਚਾਰजेस ਹੈ। ਪਹਿਲੀ ਗੱਲ ਤਾਂ ਉਹ। ਦੂਸਰਾ, ਜਦੋਂ ਉਹ ਖੁੱਲ ਕੇ ਬਾਹਰ ਆਏ ਹੈ, ਜਿਸ ਤਰ੍ਹਾਂ ਉਹਨਾਂ ਨੂੰ ਰਿਸੀਵ ਇਦਾਂ ਕੀਤਾ ਗਿਆ ਹੈ ਜਿਵੇਂ ਕਿ ਉਹਨਾਂ ਦੀ ਕੋਈ ਤਾਜਪੋਸ਼ੀ ਕੀਤੀ ਗਈ ਹੈ। ਤੀਸਰਾ, ਕਿਸੇ ਪਬਲਿਕ ਰਿਪਰੈਜ਼ੈਂਟੇਟਿਵ ਦਾ ਇਹ ਕਮੈਂਟ ਕਿ ਪਤਾ ਨਹੀਂ ਇਹ ਹੋਇਆ ਹੈ ਕਿ ਨਹੀਂ ਹੋਇਆ ਹੈ। ਆਈ ਥਿੰਕ ਈਚ ਐਕਟ ਉਹਨੂੰ ਇੰਡੀਪੈਂਡੈਂਟਲੀ ਦੇਖਿਆ ਜਾਏ ਤਾਂ ਸ਼ਾਇਦ ਇਹ ਕਹਿਣਾ ਕਿ ਹੋਇਆ ਹੈ ਕਿ ਨਹੀਂ ਹੋਇਆ, ਉਹਦੇ ਖਿਲਾਫ ਤਾਂ ਸਟ੍ਰੇਟ ਅਵੇ ਕੰਟੈਂਪਟ ਆਫ ਕੋਰਟ ਬਣਨਾ ਚਾਹੀਦਾ ਹੈ। ਬਿਕੋਜ਼ ਇਹ ਕੋਈ ਲੇਮੈਨ ਨਹੀਂ ਹੈ, ਇਹ ਪਬਲਿਕ ਰਿਪਰੈਜ਼ੈਂਟੇਟਿਵ ਹੈ ਤੇ ਇਹਦਾ ਮਤਲਬ ਤੁਸੀਂ ਪਹਿਲਾਂ ਹੀ ਕੋਰਟ ਦੀ ਕਨਵਿਕਸ਼ਨ ਤੇ ਸਵਾਲ ਉਠਾ ਰਹੇ ਹੋ ਕਿ ਉਹਨਾਂ ਨੂੰ ਕਨਵਿਕਟ ਕੋਰਟ ਨੇ ਗਲਤ ਕੀਤਾ ਹੈ। ਉਹ ਲੜਕੀ ਜਿਹਦੀ ਬੱਚੀ ਮਰ ਗਈ, ਜਿਹਦੇ ਰਿਸ਼ਤੇਦਾਰ ਮਾਰਤੇ, ਜਿਹਦੇ ਨਾਲ ਰੇਪ ਕੀਤਾ, ਉਹ ਝੂਠ ਬੋਲ ਰਹੀ ਹੈ। ਇਹ ਤਾਂ ਕਿਸੇ ਦਾ, ਇਸ ਤੋਂ ਵੱਡਾ ਤੁਸੀਂ ਕਿਸੇ ਦਾ ਮਜ਼ਾਕ ਨਹੀਂ ਉਡਾ ਸਕਦੇ। ਐਂਡ ਫਿਰ ਉਹਨਾਂ ਦੀ ਗਾਰਲੈਂਡਿੰਗ ਕਰਨਾ, ਆਈ ਥਿੰਕ ਇਹ ਤਾਂ ਫੁੱਲਾਂ ਦੇ ਹਾਰ ਪਹਿਨਾ ਰਹੇ ਹੋ, ਤਿਲਕ ਲਗਾ ਰਹੇ ਹੋ, ਮਿਠਾਈ ਖਿਲਾ ਰਹੇ ਹੋ, ਤੁਸੀਂ ਤੇ ਗਲੋਰੀਫਾਈ ਕਰ ਰਹੇ ਹੋ ਜਿਹੜਾ ਕੰਮ ਉਹਨਾਂ ਨੇ ਕੀਤਾ, ਜਿਹੜਾ ਗੈਂਗ ਰੇਪ ਉਹਨਾਂ ਨੇ ਅੰਜਾਮ ਦਿੱਤਾ, ਉਸ ਨੂੰ ਗਲੋਰੀਫਾਈ ਕਰ ਰਹੇ ਹੋ। ਸ਼ਾਇਦ ਤੁਹਾਡੇ ਜੇ ਬਹਾਦਰ ਸਾਹਮਣੇ ਹੋ ਆ ਜਾਣ ਲੜਕੀਆਂ ਜਿਹੜੀਆਂ ਨੇ ਬਹਾਦਰ ਬਣਨ, ਤੇ ਸ਼ਾਇਦ ਕਿਤੇ ਨਾ ਕਿਤੇ ਕਦੀ ਨਾ ਕਦੀ ਇਹ ਅਪਰਾਧ ਰੋਕੇ ਜਾ ਸਕਣ। ਪਰ ਜ਼ਰੂਰੀ ਹੈ ਹਿੰਮਤ ਦਿਖਾਣੀ, ਜਿਵੇਂ ਤੁਸੀਂ ਦਿਖਾਈ। ਬਿਲਕੁਲ ਬਿਲਕੁਲ, ਉਹ ਤਾਂ ਹੈ ਹੀ ਮੈਮ। ਜਦ ਤੱਕ ਤੁਸੀਂ ਹਿੰਮਤ ਨਹੀਂ ਜੁਟਾਓਗੇ ਕੁਝ ਵੀ ਕਰਨ ਦੀ, ਤੁਸੀਂ ਕੋਈ ਸੁਨੇਹਾ ਦੇਣਾ ਚਾਹੋਗੇ ਜਿਹੜੀਆਂ ਲੜਕੀਆਂ ਅਪਰਾਧ ਦਾ ਸ਼ਿਕਾਰ ਹੁੰਦੀਆਂ ਨੇ ਉਹਨਾਂ ਲਈ? ਅੱਗੇ ਆਣ, ਉਹਨਾਂ ਨੂੰ ਹੈਲਪ ਕਰਨ ਜਿਹੜੇ ਆਲਰੇਡੀ ਨਹੀਂ ਹੈਲਪ ਕਰ ਪਾ ਰਹੇ ਆਪਣੇ ਆਪ ਨੂੰ। ਕਿ ਕਈ ਕੁੜੀਆਂ ਨਹੀਂ ਹੈਲਪ ਕਰ ਪਾਉਂਦੀਆਂ ਆਪਣੇ ਆਪ ਨੂੰ, ਨਹੀਂ ਆਪਣੇ ਪੇਰੈਂਟਸ ਤੱਕ ਨੂੰ ਨਹੀਂ ਦੱਸ ਪਾਉਂਦੀਆਂ ਕਿ ਆ ਸ਼ਾਮ ਮੈਂ ਇੱਥੇ ਸੀਗੀ, ਆ ਹੋਇਆ, ਨਹੀਂ ਦੱਸ ਪਾਉਂਦੀਆਂ ਕਿਉਂਕਿ ਉਹਨਾਂ ਦੇ ਪੇਰੈਂਟਸ ਹੀ ਮਾਰ ਦੇਣਗੇ ਉਹਨਾਂ ਨੂੰ। ਤੁਹਾਡੇ ਪਰਿਵਾਰ ਨੇ ਸਪੋਰਟ ਕੀਤਾ ਸੀ? ਪਰਿਵਾਰ ਵਿੱਚ ਕੌਣ ਹੈ? ਮੈਂ ਹੂੰ, ਮੇਰੇ ਮਦਰ ਨੇ, ਬਸ ਅਸੀਂ 2 ਜਣੇ ਹੈਗੇ ਆ। ਹੋਰ ਮੇਰੀ ਫੈਮਿਲੀ, ਹੋਰ ਅਸੀਂ ਕਦੇ ਕਿਸੇ ਫੈਮਿਲੀ ਮੈਂਬਰ ਨੂੰ ਦੱਸਿਆ ਨਹੀਂ ਮੈਮ।
ਕਦੇ ਅੱਜ ਤੱਕ ਮੇਰੇ ਫੈਮਿਲੀ 'ਚ ਮਦਰ ਦਾ ਕਿਸੇ ਪੂਰਾ ਨੂੰ ਨਹੀਂ ਪਤਾ। ਸਪੋਰਟ ਸੀ, ਉਹਨਾਂ ਨੇ ਨਹੀਂ ਰੋਕਿਆ ਸੀ ਕਿ ਨਹੀਂ ਨਹੀਂ ਜਾਣਾ, ਪੁਲਿਸ ਦੇ ਚੱਕਰ ਵਿੱਚ ਨਹੀਂ ਪੈਣਾ, ਕੋਰਟ ਦੇ ਚੱਕਰ ਵਿੱਚ ਨਹੀਂ ਪੈਣਾ, ਜਾਂ ਉਹਨਾਂ ਨੇ ਹਿੰਮਤ ਦਿੱਤੀ ਸੀ ਕਿ ਨਹੀਂ ਲੜੋ? ਨਹੀਂ, ਉਹਨਾਂ ਨੇ ਕਦੇ ਕਿਹਾ ਹੀ ਨਹੀਂ ਮੈਨੂੰ। ਉਹਨਾਂ ਨੇ ਕਿਹਾ ਆ ਚੀਜ਼ ਜ਼ਰੂਰੀ ਹੈ ਤੇ ਕਰਨੀ ਹੈ ਆਪਾਂ, ਤੈਨੂੰ ਜਿੱਥੇ ਮੇਰੀ ਜ਼ਰੂਰਤ ਹੈ ਮੈਂ ਉੱਥੇ ਖੜੀ ਹਾਂ ਤੇਰੇ ਨਾਲ, ਤੈਨੂੰ ਨਹੀਂ ਮੇਰੀ ਜ਼ਰੂਰਤ ਕੋਈ ਗੱਲ ਨਹੀਂ, ਮੈਂ ਤੈਨੂੰ ਪਿੱਛੋਂ ਦੇਖ ਹੀ ਰਹੀ ਹਾਂ, ਤੂੰ ਕਰ ਜੋ ਕਰ ਰਹੀ ਹੈ ਬਹੁਤ ਸਹੀ ਕਰ ਰਹੀ ਹੈ, ਤੈਨੂੰ ਲੜਨਾ ਚਾਹੀਦਾ ਹੈ, ਆ ਜਾਣੇ ਨਹੀਂ ਚਾਹੀਦੇ। ਮੇਰੀ ਅੱਛਾ, ਮੈਮ ਜੀ ਉਸੇ ਦਿਨ 2019 9 ਤਰੀਕ ਨੂੰ ਹੀ ਮੇਰੀ ਇੱਕ ਸੋਚ ਬਣ ਚੁੱਕੀ ਸੀ। ਜਿਸ ਟਾਈਮ ਮੈਂ ਉੱਥੋਂ ਨਿਕਲੀ ਆ, ਜਿਸ ਟਾਈਮ ਉਹਨਾਂ ਨੇ ਮੈਨੂੰ ਛੱਡਿਆ, ਉਸੇ ਟਾਈਮ ਮੈਂ ਸੋਚ ਲਿਆ ਸੀ ਆ ਨਹੀਂ ਛੱਡ ਸਕਦੀ ਮੈਂ ਇਹਨਾਂ ਨੂੰ। ਤੇ ਜੇ ਉਸੇ ਦਿਨ ਤੋਂ ਸੋਚ ਲਿਆ, ਮਤਲਬ ਕਦੇ ਤੁਸੀਂ ਉਸ ਆਪਣੇ ਆਪ ਤੋਂ ਤੁਸੀਂ ਵਾਅਦਾ ਕਰ ਚੁੱਕੇ ਹੋ ਨਾ ਕਿ ਨਹੀਂ ਹੋਣ ਨਹੀਂ ਦੇਣਾ ਮੈਂ ਕਿਸੇ ਨਾਲ ਵੀ, ਜਾਂ ਕਿਸੇ ਹੋਰ ਚੀਜ਼ ਨਾਲ ਹੋਣ ਨਹੀਂ ਦੇਣਾ, ਕੋਈ ਵੀ ਏਦਾਂ ਦਾ ਨਾ ਹੋਵੇ ਜਿਹੜੇ ਆਪ ਬੰਦੇ ਅੱਗੇ ਕੁਝ ਹੋਰ ਕਰਨ। ਬਹੁਤ ਬਹੁਤ ਸ਼ੁਕਰੀਆ ਰੀਟਾ ਮੈਮ, ਤੁਸੀਂ ਸਾਡੇ ਨਾਲ ਜੁੜੇ। ਹੋਰ ਪੰਜਾਬ ਦੀ ਨਿਰਭਇਆ, ਇਹ ਬਹਾਦਰ ਲੜਕੀ ਜੁੜੀ ਜਿਸਨੇ ਆਪਣੀ ਹਿੰਮਤ, ਨਿਡਰਤਾ ਦੇ ਨਾਲ ਦੋਸ਼ੀਆਂ ਨੂੰ ਅੱਜ ਸਜ਼ਾ ਦਵਾਈ ਹੈ, ਦੋਸ਼ੀ ਜੇਲ੍ਹ ਵਿੱਚ ਬੰਦ ਨੇ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਵਕਤ ਨਿਕਾਲਣ ਲਈ। ਥੈਂਕ ਯੂ।